ਹੈਲੋ ਫਰੈਂਡਸ, ਵੈਲਕਮ ਟੂ ਆਵਰ YouTube ਚੈਨਲ ਮਾਸਕ ਐਜੂਕੇਸ਼ਨ। ਅੱਜ ਆਪਾਂ 10ਵੀਂ ਜਮਾਤ ਦੇ ਜਿਹੜੇ ਭੂਗੋਲ ਦੇ ਪ੍ਰਸ਼ਨ ਉੱਤਰ ਡਿਸਕਸ ਕਰ ਰਹੇ ਹਾਂ। ਇਹਨਾਂ ਦੇ ਵਿੱਚ ਜਿਹੜਾ ਆਪਣਾ ਪਾਰਟ ਹੈ, ਪਾਰਟ ਨੰਬਰ 4 ਹੈ। ਆਪਾਂ ਜਿਹੜੇ ਡਿਸਕਸ ਕਰਨ ਜਾ ਰਹੇ ਹਾਂ, ਇਹ ਭੂਗੋਲ ਦੇ ਜਿਹੜੇ ਤੁਹਾਡੇ 10ਵੀਂ ਕਲਾਸ ਦੇ ਬਹੁ ਵਿਕਲਪੀ ਪ੍ਰਸ਼ਨਾਂ ਦੀ ਹੀ ਸੀਰੀਜ਼ ਹੈ। ਅਤੇ ਸ਼ੁਰੂ ਕਰਦੇ ਹਾਂ। ਦੇਸ਼ ਵਿੱਚ ਤੇਲ ਬੀਜ ਉਤਪਾਦਨ ਵਿੱਚ ਮੋਹਰੀ ਸਥਾਨ ਡੈਸ਼ ਦਾ ਹੈ। ਅਤੇ ਇਸ ਦੇ ਵਿੱਚ ਜਿਹੜੇ ਆਪਸ਼ਨ ਨੇ ਇਹਨਾਂ ਵਿੱਚ ਸਹੀ ਹੈ ਮੱਧ ਪ੍ਰਦੇਸ਼, ਅਤੇ ਜਿਹੜਾ ਸਭ ਤੋਂ ਵੱਧ ਤੇਲ ਬੀਜ ਉਤਪਾਦਨ ਕਰਨ ਵਾਲਾ ਜਿਹੜਾ ਸਟੇਟ ਹੈ ਉਹ ਮੱਧ ਪ੍ਰਦੇਸ਼ ਹੈ। ਅਗਲਾ ਹੈ, ਤੇਲ ਬੀਜ ਉਤਪਾਦਨ ਵਿੱਚ ਕਿਸ ਦਹਾਕੇ ਦੌਰਾਨ ਹੈਰਾਨੀਜਨਕ ਵਾਧਾ ਹੋਇਆ। ਅਤੇ ਇਸ ਦੇ ਵਿੱਚ ਆਪਾਂ ਨੂੰ ਆਪਸ਼ਨ ਦਿੱਤੇ ਗਏ ਨੇ। ਇਸ ਦੇ ਵਿੱਚ ਜਿਹੜਾ ਸਹੀ ਉੱਤਰ ਹੈ ਉਹ ਹੈ 1980 ਤੋਂ ਲੈ ਕੇ 1990 ਦੇ ਵਿਚਕਾਰ ਇਹ ਦਹਾਕਾ ਸੀ ਜਿਸ ਦੇ ਵਿੱਚ ਤੇਲ ਬੀਜ ਉਤਪਾਦਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਨੈਕਸਟ ਕੁਐਸਚਨ ਹੈ, ਮੂੰਗਫਲੀ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲੇ ਦੋ ਰਾਜਾਂ ਦੇ ਨਾਂ ਲਿਖੋ। ਅਤੇ ਮੂੰਗਫਲੀ ਦਾ ਉਤਪਾਦਨ ਕਰਨ ਵਾਲੇ ਦੋ ਰਾਜ ਹਨ ਗੁਜਰਾਤ ਅਤੇ ਮਹਾਰਾਸ਼ਟਰਾ। ਓਕੇ, ਸੋ ਨੈਕਸਟ ਕੁਐਸਚਨ ਹੈ, ਕਪਾਹ ਦੀ ਇੱਕ ਗੰਢ ਵਿੱਚ ਕਿੰਨੇ ਕਿਲੋਗ੍ਰਾਮ ਕਪਾਹ ਹੁੰਦੀ ਹੈ। ਅਤੇ ਇਸ ਦਾ ਸਹੀ ਉੱਤਰ ਹੈ 170 ਕਿਲੋਗ੍ਰਾਮ। ਕਪਾਹ ਦੀ ਇੱਕ ਗੰਢ ਵਿੱਚ ਕਿੰਨੇ ਕਿਲੋਗ੍ਰਾਮ ਕਪਾਹ ਹੁੰਦੀ ਹੈ, 170 ਕਿਲੋਗ੍ਰਾਮ। ਅਗਲਾ ਕੁਐਸਚਨ ਹੈ, ਭਾਰਤ ਵਿੱਚ ਕਪਾਹ ਦੇ ਮੁੱਖ ਉਤਪਾਦਕ ਰਾਜ ਕਿਹੜੇ ਹਨ। ਅਤੇ ਇਸ ਦੇ ਵਿੱਚ ਸਹੀ ਉੱਤਰ ਆਵੇਗਾ ਗੁਜਰਾਤ ਅਤੇ ਮਹਾਰਾਸ਼ਟਰ। ਅਤੇ ਇਸ ਤੋਂ ਅਗਲਾ ਕੁਐਸਚਨ ਹੈ, 16ਵੀਂ ਸਦੀ ਵਿੱਚ ਡੈਸ਼ ਆਲੂ ਨੂੰ ਭਾਰਤ ਵਿੱਚ ਲੈ ਕੇ ਆਏ ਸਨ। 16ਵੀਂ ਸਦੀ ਦੇ ਵਿੱਚ ਪੁਰਤਗਾਲੀ ਜਿਹੜਾ ਆਲੂ ਨੂੰ ਭਾਰਤ ਦੇ ਵਿੱਚ ਲੈ ਕੇ ਆਏ ਸਨ। ਅਤੇ ਇਸ ਦਾ ਸਹੀ ਉੱਤਰ ਹੋਵੇਗਾ ਪੁਰਤਗਾਲੀ। ਅਗਲਾ ਪ੍ਰਸ਼ਨ ਹੈ, ਪੰਜਾਬ ਦੇ ਜਲੰਧਰ, ਹੁਸ਼ਿਆਰਪੁਰ, ਪਟਿਆਲਾ ਅਤੇ ਲੁਧਿਆਣੇ ਜ਼ਿਲ੍ਹਿਆਂ ਵਿੱਚ ਆਲੂਆਂ ਦਾ ਸਭ ਤੋਂ ਵੱਧ ਉਤਪਾਦਨ ਕੀਤਾ ਜਾਂਦਾ ਹੈ। ਅਤੇ ਇਸ ਦੇ ਵਿੱਚ ਆਪਾਂ ਚੂਜ਼ ਕਰਨਾ ਹੈ ਸਹੀ ਜਾਂ ਗਲਤ ਹੈ ਸਟੇਟਮੈਂਟ। ਅਤੇ ਇਸ ਦਾ ਜਿਹੜਾ ਉੱਤਰ ਹੈ ਉਹ ਹੋਵੇਗਾ ਠੀਕ ਹੈ। ਨੈਕਸਟ ਕੁਐਸਚਨ ਹੈ, ਦੇਸ਼ ਵਿੱਚ ਸਭ ਤੋਂ ਵੱਧ ਪਸ਼ੂ ਧਨ ਕਿਸ ਰਾਜ ਵਿੱਚ ਹਨ। ਅਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਉੱਤਰ ਪ੍ਰਦੇਸ਼ ਦੇ ਵਿੱਚ। ਸਭ ਤੋਂ ਵੱਧ ਪਸ਼ੂ ਧਨ ਜਿਹੜੇ ਆ ਉੱਤਰ ਪ੍ਰਦੇਸ਼ ਦੇ ਵਿੱਚ ਹਨ। ਭਾਰਤ ਦਾ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਕਿੰਨਵਾਂ ਸਥਾਨ ਹੈ। ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਦੂਜਾ ਸਥਾਨ ਹੈ, ਫਲਾਂ ਅਤੇ ਸਬਜ਼ੀਆਂ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਕੇਲਾ, ਅੰਬ, ਨਾਰੀਅਲ ਅਤੇ ਕਾਜੂ ਉਤਪਾਦਨ ਵਿੱਚ ਸੰਸਾਰ ਵਿੱਚ ਪਹਿਲਾ ਸਥਾਨ ਹੈ। ਸਟੇਟਮੈਂਟ ਸਹੀ ਹੈ ਜਾਂ ਗਲਤ ਹੈ। ਅਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਕਿਹੜਾ ਕਿਹੜਾ? ਕੇਲਾ, ਅੰਬ, ਨਾਰੀਅਲ ਅਤੇ ਕਾਜੂ। ਇਸ ਦੇ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ। ਅਗਲਾ ਹੈ, ਕਾਜੂ ਉਤਪਾਦਨ ਵਿੱਚ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਸਭ ਤੋਂ ਪ੍ਰਮੁੱਖ ਹਨ। ਸਟੇਟਮੈਂਟ ਸਹੀ ਹੈ ਜਾਂ ਗਲਤ। ਅਤੇ ਇਹ ਸਟੇਟਮੈਂਟ ਬਿਲਕੁਲ ਠੀਕ ਹੈ। ਅਗਲਾ ਪ੍ਰਸ਼ਨ ਹੈ, ਸਮਾਜਿਕ ਜੰਗਲੀਨ ਦਾ ਉਦੇਸ਼ ਹੇਠ ਲਿਖਿਆਂ ਵਿੱਚੋਂ ਕਿਹੜਾ ਨਹੀਂ ਹੈ। ਅਤੇ ਇਸ ਦੇ ਵਿੱਚੋਂ ਜਿਹੜਾ ਨਹੀਂ ਹੈ ਉਹ ਆਪਾਂ ਚੂਜ਼ ਕਰਨਾ ਹੈ। ਅਤੇ ਇਹਦੇ ਵਿੱਚ ਜਿਹੜਾ ਇਹ ਹੈ, ਖੇਤੀਯੋਗ ਭੂਮੀ ਨੂੰ ਬੰਜਰ ਕਰਨਾ, ਇਹ ਜਿਹੜਾ ਹੈ ਆਪਸ਼ਨ ਹੈ ਇਹ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਡੈਸ਼ ਉਤਪਾਦਨ ਵਿੱਚ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮਹਾਰਾਸ਼ਟਰ ਸਭ ਤੋਂ ਪ੍ਰਮੁੱਖ ਹਨ। ਅਤੇ ਇਸ ਦੇ ਵਿੱਚ ਪ੍ਰਮੁੱਖ ਹਨ, ਅੰਬ ਦਾ ਉਤਪਾਦਨ ਇਹਨਾਂ ਸਟੇਟਸ ਵਿੱਚ ਸਭ ਤੋਂ ਵੱਧ ਹੁੰਦਾ ਹੈ। ਸੰਤਰਾ, ਅੰਬ, ਕੀਨੂ ਅਤੇ ਸੇਬ। ਅਤੇ ਜਿਹੜਾ ਅੰਬ ਹੈ, ਇਹਨਾਂ ਤਿੰਨਾਂ ਜੇ ਕੰਬਾਈਨਡ ਗੱਲ ਕਰੀਏ ਤਾਂ ਫਿਰ ਇਸ ਦੇ ਵਿੱਚ ਅੰਬ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ, ਜਾਂ ਇਹ ਪ੍ਰਮੁੱਖ ਸਟੇਟ ਨੇ। ਅਤੇ ਅਗਲਾ ਤੁਹਾਡਾ ਲੈਸਨ ਹੈ ਜਿਸ ਦਾ ਨਾਮ ਹੈ ਜਨਸੰਖਿਆ, ਪਾਠ ਨੰਬਰ 7। ਇਸ ਦਾ ਪਹਿਲਾ ਪ੍ਰਸ਼ਨ ਹੈ,
ਬੌਧਿਕ ਤੇ ਸਰੀਰਕ ਤੌਰ 'ਤੇ ਡੈਸ਼ ਨਾਗਰਿਕ ਹੀ ਕਿਸੇ ਦੇਸ਼ ਦਾ ਸਭ ਤੋਂ ਮਹੱਤਵਪੂਰਨ ਅਤੇ ਵਡਮੁੱਲਾ ਸਾਧਨ ਹੁੰਦੇ ਹਨ। ਵੰਡਮੁੱਲਾ ਸਾਧਨ ਹੁੰਦੇ ਹਨ। ਅਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਮਜ਼ਬੂਤ। ਇਹ ਜਿਹੜਾ ਫਿਲ ਇਨ ਦਾ ਬਲੈਂਕ ਹੈ ਇਹਦੇ ਵਿੱਚ ਆਵੇਗਾ ਮਜ਼ਬੂਤ। ਨੈਕਸਟ ਕੁਐਸਚਨ ਹੈ, ਅਮਰੀਕਾ ਵਿੱਚ ਕੰਮ ਕਰਦੇ ਭਾਰਤੀ ਆਧਾਰ ਵਾਲੇ ਅਰਥ ਸ਼ਾਸਤਰੀ ਪ੍ਰੋਫੈਸਰ ਅਮਰਤਿਆ ਸੈਨ ਦੇ ਮੁਤਾਬਿਕ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪੂਰਨ ਧਿਆਨ ਨਾ ਦੇਣਾ ਭਾਰਤੀ ਯੋਜਨਾਵਾਂ ਦੀ ਸਭ ਤੋਂ ਮਹੱਤਵਪੂਰਨ ਅਤੇ ਦੁਖਦਾਈ ਭੁੱਲ ਹੈ। ਅਤੇ ਇਹ ਜਿਹੜੀ ਸਟੇਟਮੈਂਟ ਦਿੱਤੀ ਸੀ ਉਹਨਾਂ ਨੇ, ਇਸ ਦੇ ਬਾਰੇ ਪੁੱਛਿਆ ਹੈ ਕਿ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ। ਅਤੇ ਇਹ ਸਟੇਟਮੈਂਟ ਦੋਸਤੋ ਬਿਲਕੁਲ ਸਹੀ ਹੈ। ਅਰਥ ਸ਼ਾਸਤਰੀ ਸੀ ਅਮਰਤਿਆ ਸੇਨ, ਇਹਨਾਂ ਨੇ ਕਿਹਾ ਸੀ, ਅਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਨੈਕਸਟ ਕੁਐਸਚਨ ਹੈ, ਅਕਬਰ ਦੀ ਮੌਤ ਸਮੇਂ ਯਾਨੀ 1605 ਈਸਵੀ ਵਿੱਚ ਭਾਰਤ ਦੀ ਜਨਸੰਖਿਆ ਕਿੰਨੀ ਸੀ? ਅਤੇ ਇਸ ਦੇ ਵਿੱਚ ਆਪਾਂ ਨੂੰ ਆਪਸ਼ਨ ਜਿਹੜੇ ਆ ਉਹ ਦਿੱਤੇ ਗਏ ਨੇ। ਇਸ ਦੇ ਵਿੱਚ 10 ਕਰੋੜ 82 ਲੱਖ ਜਿਹੜੀ ਜਨਸੰਖਿਆ ਸੀ। ਅਕਬਰ ਦੀ ਮ੍ਰਿਤਿੂ ਸਮੇਂ ਭਾਰਤ ਦੀ ਜਨਸੰਖਿਆ 10 ਕਰੋੜ 82 ਲੱਖ ਸੀ। ਆਪਸ਼ਨ ਏ ਇੱਕਦਮ ਰਾਈਟ ਹੈ। ਅਤੇ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈ, ਉਪਰੋਕਤ ਸਾਰਣੀ ਤੋਂ ਪਤਾ ਕਰੋ ਕਿ ਕਿਹੜੇ 2 ਸਾਲਾਂ ਤੋਂ ਬਾਅਦ ਵਸੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸੇ ਕਰਕੇ ਇਹਨਾਂ ਨੂੰ ਜਨਸੰਖਿਆ ਵਿਭਾਜਕ ਸਾਲ ਮੰਨਿਆ ਗਿਆ ਹੈ। ਅਤੇ ਇਸ ਦੇ ਵਿੱਚ ਜਿਹੜੀ ਇਹ ਆਪਣੀ ਸਾਰਣੀ ਹੈ, ਇਸ ਦੇ ਵਿੱਚ ਆਪਾਂ ਨੂੰ 1921 ਤੋਂ ਲੈ ਕੇ 1951 ਤੱਕ ਦੇ ਜਿਹੜੇ ਸਾਲ ਨੇ ਇਹਨਾਂ ਨੂੰ ਜਨਸੰਖਿਆ ਵਿਭਾਜਕ ਮੰਨਿਆ ਗਿਆ ਹੈ। ਇਹ ਨੇ ਜਨਸੰਖਿਆ ਵਿਭਾਜਕ ਸਾਲ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਕਿਹੜਾ ਹੈ? ਭਾਰਤ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਹੈ ਉੱਤਰ ਪ੍ਰਦੇਸ਼। ਅਤੇ ਅਗਲਾ ਪ੍ਰਸ਼ਨ ਹੈ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਘੱਟ ਕੇਵਲ 6 ਲੱਖ ਲੋਕ ਹੀ ਵਸਦੇ ਹਨ? ਅਤੇ ਇਹ ਹੈ ਸਿੱਕਿਮ। ਸਿੱਕਿਮ ਦੇ ਵਿੱਚ ਲੋਕ ਵੀ ਘੱਟ ਹਨ, ਅਤੇ ਇਹ ਜਿਹੜਾ ਰਾਜ ਹੈ ਆਪਾਂ ਮੈਪ ਦੇ ਵਿੱਚ ਵੇਖੀਏ ਤਾਂ ਇਹ ਬਹੁਤ ਛੋਟਾ ਰਾਜ ਹੈ। ਤਾਂ ਕਰਕੇ ਇਸ ਦੇ ਜਿਹੜਾ ਖੇਤਰਫਲ ਘੱਟ ਹੋਣ ਕਰਕੇ ਵੀ ਇਸ ਦੇ ਵਿੱਚ ਜਨਸੰਖਿਆ ਕਮ ਆਪਾਂ ਨੂੰ ਮਿਲਦੀ ਹੈ। ਅਗਲਾ ਪ੍ਰਸ਼ਨ ਹੈ, ਸਾਲ 2518 ਨੰਬਰ ਹੈ, ਸਾਲ 1901 ਵਿੱਚ ਭਾਰਤ ਦੀ ਆਬਾਦੀ ਕਿੰਨੀ ਸੀ? ਸਾਲ 1901 ਦੇ ਵਿੱਚ ਭਾਰਤ ਦੀ ਆਬਾਦੀ ਜਿਹੜੀ ਹੈ 23.8 ਕਰੋੜ ਸੀ। ਅਤੇ ਅਗਲਾ ਪ੍ਰਸ਼ਨ ਹੈ, ਸਾਲ 2001 ਵਿੱਚ ਭਾਰਤ ਦੀ ਜਨਸੰਖਿਆ 102.7 ਕਰੋੜ ਸੀ। ਇਹ ਜਿਹੜੀ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਹੈ ਇਹ ਕੀ ਸਹੀ ਹੈ ਜਾਂ ਗਲਤ ਹੈ? ਅਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਕਿੰਨੇ ਰਾਜਾਂ ਦੀ ਜਨਸੰਖਿਆ 5 ਕਰੋੜ ਤੋਂ ਵੱਧ ਹੈ? ਭਾਰਤ ਦੇ ਕਿੰਨੇ ਰਾਜਾਂ ਦੀ ਜਨਸੰਖਿਆ 5 ਕਰੋੜ ਤੋਂ ਵੱਧ ਹੈ? ਇਸ ਦੇ ਵਿੱਚ ਜਿਹੜਾ ਸਹੀ ਉੱਤਰ ਹੋਵੇਗਾ ਉਹ ਹੋਵੇਗਾ 10 ਆਪਣੇ ਜਿਹੜੇ ਰਾਜ ਹਨ ਉਹ 5 ਕਰੋੜ ਤੋਂ ਵੱਧ ਜਨਸੰਖਿਆ ਵਾਲੇ ਹਨ। ਅਗਲਾ ਪ੍ਰਸ਼ਨ ਹੈ, ਪੰਜਾਬ ਵਿੱਚ ਸਾਰੇ ਦੇਸ਼ ਦੀ ਲਗਭਗ 2.5% ਜਨਸੰਖਿਆ ਰਹਿੰਦੀ ਹੈ। ਕੀ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ? ਅਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਪੰਜਾਬ ਦੇ ਵਿੱਚ ਆਪਣੇ ਦੇਸ਼ ਦੀ ਪੂਰੇ ਦੇਸ਼ ਦੀ 2.5% ਜਨਸੰਖਿਆ ਰਹਿੰਦੀ ਹੈ। ਮੈਦਾਨੀ ਭਾਗਾਂ ਵਿੱਚ ਦੇਸ਼ ਦੇ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ? ਮੈਦਾਨੀ ਭਾਗਾਂ ਦੇ ਵਿੱਚ ਦੇਸ਼ ਦੇ 40% ਲੋਕ ਜਿਹੜੇ ਉਹ ਰਹਿੰਦੇ ਹਨ। ਅਗਲਾ ਪ੍ਰਸ਼ਨ ਹੈ, ਦੇਸ਼ ਦੇ ਪਿੰਡਾਂ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ? ਦੇਸ਼ ਦੇ ਪਿੰਡਾਂ ਦੇ ਵਿੱਚ 71% ਯਾਨੀ 71% ਲੋਕ ਹੈ ਜਿਹੜੇ ਰਹਿੰਦੇ ਹਨ। ਅਗਲਾ ਪ੍ਰਸ਼ਨ ਹੈ, ਉੱਤਰ ਪ੍ਰਦੇਸ਼ ਦੀ ਤੁਲਨਾ ਵਿੱਚ ਸਿੱਕਿਮ ਦੀ ਜਨਸੰਖਿਆ ਕਿੰਨੇ ਗੁਣਾ ਘੱਟ ਹੈ? ਅਤੇ ਉੱਤਰ ਪ੍ਰਦੇਸ਼ ਦੀ ਜਨਸੰਖਿਆ ਸਭ ਤੋਂ ਵੱਧ ਹੈ
ਤੇ ਉਸ ਦੇ ਸਿਨੈਰੀਓ ਵਿੱਚ ਆਪਾਂ ਨੂੰ ਪੁੱਛਿਆ ਹੈ ਕਿ ਸਭ ਤੋਂ ਘੱਟ ਜਨਸੰਖਿਆ ਕਿੰਨੇ ਪ੍ਰਤੀਸ਼ਤ ਹੈ, ਜਿਹੜੀ ਸਿੱਕਿਮ ਦੀ ਜਨਸੰਖਿਆ ਉਹ ਕਿੰਨੇ ਪ੍ਰਤੀਸ਼ਤ ਹੈ, ਤੇ ਉਹ 374 ਗੁਣਾ ਘੱਟ ਹੈ ਉੱਤਰ ਪ੍ਰਦੇਸ਼ ਦੀ ਜਨਸੰਖਿਆ ਤੋਂ। ਅਗਲਾ ਪ੍ਰਸ਼ਨ ਹੈ, ਦੇਸ਼ ਵਿੱਚ ਜਨਸੰਖਿਆ ਦੀ ਔਸਤ ਘਣਤਾ ਕਿੰਨੀ ਹੈ? ਤੇ ਇਸ ਦੀ ਔਸਤ ਘਣਤਾ ਹੈ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ। ਇੱਥੇ ਔਸਤ ਘਣਤਾ ਦਾ ਮਤਲਬ ਹੈ, ਜਿਵੇਂ ਆਪਾਂ ਸਪੋਜ਼ ਕਰੀਏ ਇਹ ਆਪਣਾ 1 ਕਿਲੋਮੀਟਰ ਏਰੀਆ, 1 ਕਿਲੋਮੀਟਰ ਐਵੇਂ ਹੈ, 1 ਕਿਲੋਮੀਟਰ ਹੀ ਐਵੇਂ ਹੈ, ਲੰਬਾ ਤੇ ਚੌੜਾ 1 ਕਿਲੋਮੀਟਰ ਏਰੀਆ ਹੈ। ਇਸ ਦੇ ਵਿਚਕਾਰ ਜੇ ਆਪਾਂ ਔਸਤ ਘਣਤਾ ਮੰਨੀਏ ਤੇ ਉਹ 982 ਵਰਗ ਕਿਲੋਮੀਟਰ ਹੈ। ਦੇਸ਼ ਦਾ ਸਭ ਤੋਂ ਵੱਧ ਘਣਤਾ ਵਾਲਾ ਰਾਜ ਡੈਸ਼ ਅਤੇ ਡੈਸ਼ ਸਭ ਤੋਂ ਘੱਟ ਘਣਤਾ ਵਾਲਾ ਰਾਜ ਹੈ। ਸਭ ਤੋਂ ਵੱਧ ਅਤੇ ਸਭ ਤੋਂ ਘੱਟ ਘਣਤਾ ਵਾਲਾ ਰਾਜ ਇਸ ਦੇ ਵਿੱਚ ਆਪਾਂ ਨੂੰ ਪੁੱਛਿਆ, ਤੇ ਇਸ ਦੇ ਵਿੱਚ ਆਪਾਂ ਨੂੰ ਆਪਸ਼ਨ ਦਿੱਤੇ ਗਏ ਨੇ। ਇਹਨਾਂ ਦੇ ਵਿੱਚ ਸਹੀ ਹੈ ਜਿਹੜਾ ਇਹ ਹੈ ਬਿਹਾਰ ਅਤੇ ਅਰੁਣਾਚਲ ਪ੍ਰਦੇਸ਼। ਸਭ ਤੋਂ ਵੱਧ ਘਣਤਾ ਵਾਲਾ ਹੈ ਬਿਹਾਰ ਅਤੇ ਸਭ ਤੋਂ ਘੱਟ ਅਰੁਣਾਚਲ ਪ੍ਰਦੇਸ਼। ਅਗਲਾ ਪ੍ਰਸ਼ਨ ਹੈ, ਪੰਜਾਬ ਵਿੱਚ ਵਸੋਂ ਦੀ ਘਣਤਾ ਕੀ ਹੈ? ਪੰਜਾਬ ਦੀ ਵਸੋਂ ਘਣਤਾ ਪੁੱਛੀ ਹੈ ਤੇ ਇਹ ਹੈ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ। ਅਗਲਾ ਪ੍ਰਸ਼ਨ ਹੈ, ਸੰਘੀ ਖੇਤਰ ਦਿੱਲੀ ਦੀ ਵਸੋਂ ਘਣਤਾ 9340 ਵਿਅਕਤੀ ਅਤੇ ਅੰਡਮਾਨ ਨਿਕੋਬਾਰ ਦੀਪ ਸਮੂਹ ਦੀ ਕੇਵਲ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ? ਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਵਸੋਂ ਘਣਤਾ ਦਿੱਲੀ ਦੀ ਵਸੋਂ ਘਣਤਾ 9340 ਅਤੇ ਅੰਡਮਾਨ ਨਿਕੋਬਾਰ ਦੀਪ ਸਮੂਹ ਦੀ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਅਗਲਾ ਪ੍ਰਸ਼ਨ ਹੈ, ਦੇਸ਼ ਵਿੱਚ 0 ਤੋਂ 16 ਸਾਲ ਤੱਕ ਦੇ ਉਮਰ ਵਰਗ ਵਿੱਚ 35.7% ਜਨਸੰਖਿਆ ਮਿਲਦੀ ਹੈ। ਕੀ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਜਨਸੰਖਿਆ ਦੇ ਆਧਾਰ 'ਤੇ ਪੰਜਾਬ ਭਾਰਤ ਦੇ 28 ਰਾਜਾਂ ਵਿੱਚੋਂ ਡੈਸ਼ ਸਥਾਨ 'ਤੇ ਹੈ। ਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ 16ਵੇਂ ਸਥਾਨ 'ਤੇ। ਪੰਜਾਬ ਜਿਹੜਾ ਹੈ ਉਹ 28 ਰਾਜਾਂ ਦੇ ਵਿੱਚ 16ਵੇਂ ਨੰਬਰ 'ਤੇ ਆਉਂਦਾ ਹੈ। ਕਿਸ ਉਮਰ ਵਰਗ ਦੇ ਵਿਅਕਤੀਆਂ ਨੂੰ ਅਸਲ ਵਿੱਚ ਕਾਮਿਆਂ ਦਾ ਵਰਗ ਮੰਨਿਆ ਜਾਂਦਾ ਹੈ? ਤੇ ਇਸ ਦੇ ਵਿੱਚ ਆਵੇਗਾ 15 ਤੋਂ ਲੈ ਕੇ 64 ਸਾਲਾਂ ਦੇ ਜਿਹੜੇ ਉਮਰ ਵਰਗ ਦੇ ਵਿਅਕਤੀ ਹਨ ਉਹਨਾਂ ਨੂੰ ਕੰਮ ਕਰਨ ਵਾਲੇ ਵਰਗ ਦੇ ਵਿੱਚ ਰੱਖਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਲਿੰਗ ਅਨੁਪਾਤ ਦਾ ਮਤਲਬ ਹੈ ਕਿ 1000 ਆਦਮੀਆਂ ਪਿੱਛੋਂ ਡੈਸ਼ ਦੀ ਕਿੰਨੀ ਸੰਖਿਆ ਹੈ? ਤੇ ਲਿੰਗ ਅਨੁਪਾਤ ਦਾ ਮਤਲਬ ਹੁੰਦਾ ਹੈ 1000 ਜਿਹੜੇ ਆਦਮੀ ਹਨ ਉਹਨਾਂ ਦੇ ਪਿੱਛੇ ਔਰਤਾਂ ਦੀ ਜਨਸੰਖਿਆ ਕਿੰਨੀ ਹੈ, ਤੇ ਇਸ ਲਈ ਇਹ ਔਰਤਾਂ ਯਾਨੀ ਇੱਥੇ ਆਵੇਗਾ ਔਰਤਾਂ। ਅਗਲਾ ਪ੍ਰਸ਼ਨ ਹੈ, ਸਾਲ 2001 ਵਿੱਚ ਦੇਸ਼ ਦੀ ਵਸੋਂ ਦਾ ਲਿੰਗ ਅਨੁਪਾਤ ਕਿੰਨਾ ਸੀ? ਤੇ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਹੋਵੇਗਾ 933। 2001 ਦਾ ਪੁੱਛਿਆ ਹੈ। ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਜਿਹੜੇ 1000 ਆਦਮੀ ਹਨ ਇਹਨਾਂ ਪਿੱਛੇ ਔਰਤਾਂ ਦੀ ਸੰਖਿਆ 2001 ਦੇ ਵਿੱਚ ਕਿੰਨੀ ਸੀ? 933। ਅਗਲਾ ਪ੍ਰਸ਼ਨ ਹੈ, ਦੇਸ਼ ਦੇ ਕਿਸ ਰਾਜ ਵਿੱਚ ਮੁੱਖ ਕਾਮਿਆਂ ਦੀ ਪ੍ਰਤੀਸ਼ਤ ਮਾਤਰਾ ਸਭ ਤੋਂ ਵੱਧ ਹੈ? ਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਆਂਧਰਾ ਪ੍ਰਦੇਸ਼। ਮੁੱਖ ਕਾਮੇ ਜਿਹੜੇ ਹੈਗੇ ਨੇ 15 ਤੋਂ ਲੈ ਕੇ 64 ਆਯੂ ਵਰਗ ਦੇ, ਇਸ ਦੇ ਵਿੱਚ ਆਂਧਰਾ ਪ੍ਰਦੇਸ਼ ਹੈ ਇਸ ਦਾ ਜਿਹੜਾ ਹੈ ਸਭ ਤੋਂ ਵੱਧ ਜਨਸੰਖਿਆ ਰਹਿੰਦੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ 2011 ਦੀ ਮਰਦ ਮਸੂਮਾਰੀ ਦੇ ਅਨੁਸਾਰ ਲਿੰਗ ਅਨੁਪਾਤ 940 ਇਸਤਰੀਆਂ ਪ੍ਰਤੀ 1000 ਆਦਮੀ ਹੈ। ਕੀ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ? ਤੇ ਸਟੇਟਮੈਂਟ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਕਿਸ ਰਾਜ ਦਾ ਲਿੰਗ ਅਨੁਪਾਤ ਸਭ ਤੋਂ ਵੱਧ ਹੈ? ਤੇ ਆਪਸ਼ਨ ਦੇ ਵਿੱਚ ਵੇਖਦੇ ਹਾਂ, ਸਭ ਤੋਂ ਵੱਧ ਲਿੰਗ ਅਨੁਪਾਤ ਹੈ ਜਿਹੜਾ ਉਹ ਕੇਰਲ ਦਾ ਹੈ।
यानी 1000 ਜਿਹੜੇ ਆਦਮੀ ਹੈ ਹੁੰਦੇ ਨੇ ਉਹਨਾਂ ਪਿੱਛੇ ਔਰਤਾਂ ਦੀ ਸਭ ਤੋਂ ਵੱਧ ਸੰਖਿਆ ਉਹ ਕੇਰਲ ਦੇ ਵਿੱਚ ਹੈ। ਅਗਲਾ ਪ੍ਰਸ਼ਨ ਹੈ, ਜਨਸੰਖਿਆ ਦੀ ਕੁਦਰਤੀ ਵਾਧਾ ਦਰ ਜਨਮ ਦਰ ਅਤੇ ਮੌਤ ਦਰ ਦੇ ਅੰਤਰ 'ਤੇ ਨਿਰਭਰ ਕਰਦੀ ਹੈ। ਕੀ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ? ਤੇ ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਅਗਲਾ ਪ੍ਰਸ਼ਨ ਹੈ, ਆਜ਼ਾਦੀ ਦੇ ਸਮੇਂ ਦੇਸ਼ ਵਿੱਚ ਕੇਵਲ ਡੈਸ਼ ਪ੍ਰਤੀਸ਼ਤ ਹੀ ਲੋਕ ਪੜ੍ਹੇ ਲਿਖੇ ਸਨ। ਆਜ਼ਾਦੀ ਦੇ ਸਮੇਂ ਭਾਰਤ ਦੇ ਵਿੱਚ ਕੁੱਲ 14% ਲੋਕ ਹੀ ਸਨ ਜਿਹੜੇ ਕਿ ਪੜ੍ਹੇ ਲਿਖੇ ਸਨ। ਅਗਲਾ ਪ੍ਰਸ਼ਨ ਹੈ, 2011 ਦੀ ਲੋਕ ਗਿਣਤੀ ਦੇ ਅਨੁਸਾਰ ਦੇਸ਼ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਡੈਸ਼ ਪ੍ਰਤੀਸ਼ਤ ਹੈ। ਤੇ ਇਸ ਦੇ ਵਿੱਚ ਆਵੇਗਾ 74.04%, 74.04% ਜਿਹੜੇ ਹੈ ਪੜ੍ਹੇ ਲਿਖੇ ਲੋਕ ਸਨ। ਅਗਲਾ ਪ੍ਰਸ਼ਨ ਹੈ, ਮੁੱਖ ਕਾਮੇ ਉਹ ਕਾਮਗਾਰ ਲੋਕ ਹਨ ਜਿਨ੍ਹਾਂ ਨੇ ਪਿਛਲੇ ਸਾਲ ਵਿੱਚ 6 ਮਹੀਨੇ ਜਾਂ 183 ਦਿਨ ਜਾਂ ਉਸ ਤੋਂ ਵੱਧ ਕਿਸੇ ਦੀ ਵੀ ਆਰਥਿਕ ਕਿਰਿਆ ਵਿੱਚ ਕੰਮ ਕੀਤਾ ਹੋਵੇ। ਸਹੀ ਹੈ ਜਾਂ ਗਲਤ? ਤੇ ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਅਗਲਾ ਪ੍ਰਸ਼ਨ ਹੈ, ਸਾਡੇ ਪੰਜਾਬ ਰਾਜ ਦਾ ਲਿੰਗ ਅਨੁਪਾਤ ਕਿੰਨਾ ਹੈ? ਇਸ ਦੇ ਵਿੱਚ 893 ਸਹੀ ਹੋਵੇਗਾ। ਅਗਲਾ ਪ੍ਰਸ਼ਨ ਹੈ, ਦੇਸ਼ ਦੇ ਮੁੱਢਲੇ ਉਦਯੋਗਾਂ ਵਿੱਚ 11.96% ਮਜ਼ਦੂਰ ਕੰਮ ਕਰਦੇ ਹਨ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲਾ ਤੱਤ ਨਹੀਂ? ਤੇ ਇਸ ਦੇ ਵਿੱਚ ਜਿਹੜਾ ਆਮਦਨ ਹੈ ਇਹ ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲਾ ਤੱਤ ਨਹੀਂ ਹੈ। ਤੇ ਨਿਰਧਾਰਿਤ ਕਰਨ ਵਾਲੇ ਤੱਤ ਨੇ ਇਹਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਹੈ ਪੈਦਾਇਸ਼, ਮ੍ਰਿਤਕਤਾ ਅਤੇ ਪ੍ਰਵਾਸ। ਇਹ ਤਿੰਨੇ ਨੇ ਜਿਹੜੇ ਇਹ ਨਿਰਧਾਰਕ ਤੱਤਵ ਨੇ ਉਮਰ ਬਣਤਰ ਨੂੰ। ਅਗਲਾ ਕੁਐਸਚਨ ਹੈ, ਪੇਂਡੂ ਖੇਤਰਾਂ ਵਿੱਚ ਮਜ਼ਦੂਰਾਂ ਦੀ ਪ੍ਰਤੀਸ਼ਤ ਮਾਤਰਾ 40.1 ਹੈ। ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ? ਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਸਾਡੇ ਦੇਸ਼ ਦੀ ਲਗਭਗ 2/3 ਜਨਸੰਖਿਆ ਆਰਥਿਕ ਰੂਪ ਨਾਲ 1/3 ਕੰਮ ਕਰਦੀ ਜਨਸੰਖਿਆ 'ਤੇ ਨਿਰਭਰ ਕਰਦੀ ਹੈ। ਕੀ ਇਹ ਸਹੀ ਹੈ ਜਾਂ ਗਲਤ? ਤੇ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਇਸ ਦੇ ਵਿੱਚ ਕੀ ਪੁੱਛਿਆ ਹੈ ਕਿ ਲਗਭਗ 2/3 ਜਨਸੰਖਿਆ ਆਰਥਿਕ ਰੂਪ ਨਾਲ 1/3 ਜਨਸੰਖਿਆ ਯਾਨੀ ਆਪਣੇ ਦੇਸ਼ ਦੀ ਲਗਭਗ 66% ਆਬਾਦੀ ਹੈ ਜਿਹੜੀ ਉਹ 33% ਕੰਮ ਕਰਨ ਵਾਲੇ ਲੋਕਾਂ 'ਤੇ ਨਿਰਭਰ ਹੈ। 33% ਲੋਕ ਕੰਮ ਕਰਦੇ ਹਨ ਅਤੇ 66% ਜਿਹੜੀ ਹੈ ਇਹਨਾਂ ਲੋਕਾਂ ਦੇ ਸਹਾਰੇ ਹੀ ਆਪਣਾ ਜਿਹੜਾ ਹੈ ਆਰਥਿਕ ਢਾਂਚਾ ਹੈ ਉਹ ਚਲਾਉਂਦੀ ਹੈ। ਅਗਲਾ ਹੈ, ਮਹਾਨਗਰ ਉਹ ਸ਼ਹਿਰ ਹੁੰਦਾ ਹੈ ਜਿੱਥੇ ਡੈਸ਼ ਜਾਂ ਉਸ ਤੋਂ ਵੱਧ ਜਨਸੰਖਿਆ ਰਹਿੰਦੀ ਹੈ। ਤੇ ਇਸ ਦਾ ਸਹੀ ਉੱਤਰ ਹੋਵੇਗਾ 10 ਲੱਖ। 10 ਲੱਖ ਜਾਂ 10 ਲੱਖ ਤੋਂ ਜ਼ਿਆਦਾ ਜਿੱਥੇ ਵੀ ਜਨਸੰਖਿਆ ਰਹਿੰਦੀ ਹੈ ਉਸ ਨੂੰ ਮਹਾਨਗਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਦੇਸ਼ ਦੇ ਪਿੰਡਾਂ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ? ਤੇ ਇਸ ਦਾ ਸਹੀ ਉੱਤਰ ਹੋਵੇਗਾ 71% ਪਿੰਡਾਂ ਦੇ ਵਿੱਚ ਲੋਕ ਰਹਿੰਦੇ ਹਨ ਕੁੱਲ ਜਨਸੰਖਿਆ ਦੇ। ਦੇਸ਼ ਦੀ ਜਨਸੰਖਿਆ ਵਿੱਚ ਕਿੰਨੇ ਪ੍ਰਤੀਸ਼ਤ ਵੋਟਰ ਹਨ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ? ਉਹ ਕਿੰਨੇ ਪਰਸੈਂਟ ਹਨ? ਤੇ ਉਹ ਹੈ 60%। ਅਗਲਾ ਪ੍ਰਸ਼ਨ ਹੈ, ਦੇਸ਼ ਦੇ ਸਿੱਖ ਫਿਰਕੇ ਦੇ ਲੋਕਾਂ ਦਾ ਲਿੰਗ ਅਨੁਪਾਤ ਕੀ ਹੈ? ਤੇ ਇਹਨਾਂ ਦਾ ਲਿੰਗ ਅਨੁਪਾਤ ਹੈ 893। ਨੈਕਸਟ ਹੈ, ਭਾਰਤੀ ਲੋਕ ਗਿਣਤੀ ਵਿੱਚ ਪਹਿਲੀ ਵਾਰ ਕਿਸ ਸਾਲ ਵਿੱਚ ਆਇਆ? ਤੇ ਇਸ ਦਾ ਸਹੀ ਉੱਤਰ ਹੋਵੇਗਾ 1901 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਅੱਗੇ ਜਿਹੜਾ ਹੈ ਇਸ ਤੋਂ ਅੱਗੇ ਤੁਹਾਡਾ ਜਿਹੜਾ ਅਰਥ ਸ਼ਾਸਤਰ ਦਾ ਚੈਪਟਰ ਆਪਾਂ ਨੂੰ ਦਿੱਤਾ ਗਿਆ ਹੈ ਇਹ ਆਪਾਂ ਨੈਕਸਟ ਜਿਹੜਾ ਇਸ ਦਾ ਸੈਸ਼ਨ ਹੋਵੇਗਾ ਵੀਡੀਓ ਦਾ ਨੈਕਸਟ ਪਾਰਟ ਹੋਵੇਗਾ ਉਸ ਦੇ ਵਿੱਚ ਡਿਸਕਸ ਕਰਾਂਗੇ।
ਸੋ ਅੱਜ ਦੇ ਵਾਸਤੇ ਬਸ ਇੰਨਾ ਹੀ। ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਤੁਹਾਡੇ ਕੋਲੇ ਜਿਹੜੇ ਵੀਡੀਓਜ਼ ਦੇ ਨੋਟੀਫਿਕੇਸ਼ਨ ਹੈ, ਜਿਵੇਂ ਹੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਸਕਣ। ਅਤੇ ਅੱਜ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ।